गुड मॉर्निंग स्टूडेंट्स। असी सीरीज़ वाले चैप्टर रेशो टेस्ट डिस्कस कर रहे सी। सो असी ਉਹਦਾ ਇੱਕ ਹੋਰ ਕੁਐਸਚਨ ਦੇਖਦੇ ਹਾਂ। ਇਟਸ ਵੈਰੀ ਇੰਪੋਰਟੈਂਟ ਕੁਐਸਚਨ, ਬੜੇ ਸਾਲਾਂ ਦੇ ਫਾਈਨਲ ਐਗਜ਼ਾਮ ਦਾ ਹਿੱਸਾ ਰਿਹਾ ਇਹ ਕੁਐਸਚਨ। ਤੁਸੀਂ ਯੂਨੀਵਰਸਿਟੀ ਦੇ ਪੁਰਾਣੇ ਪੇਪਰ ਚੱਕ ਕੇ ਦੇਖੋ, ਉਹਨਾਂ 'ਚ ਤੁਹਾਨੂੰ ਇਹ ਕੁਐਸਚਨ ਕਾਫੀ ਸਾਰੇ ਸਾਲਾਂ ਦੇ ਪੇਪਰ 'ਚ ਮਿਲੇਗਾ। ਸ਼ੋ ਦੈਟ ਦ ਗਿਵਨ ਸੀਰੀਜ਼, ਇੱਕ ਸੀਰੀਜ਼ ਗਿਵਨ ਹੈ ਜਿਸ 'ਚ ਸਾਨੂੰ ਦੋ ਅਲੱਗ-ਅਲੱਗ ਨੰਬਰ ਦਿਖ ਰਹੇ ਹੈ, ਇੱਕ ਅਲਫਾ ਤੇ ਇੱਕ ਬੀਟਾ। This series converges if beta is greater than alpha and diverges if alpha is greater than beta, greater than equals to beta. सब तो पहला काम है मेरा इस सीरीज की nth टर्म जनरेट करना। ਜਦੋਂ ਵੀ ਸਾਨੂੰ ਇਸ ਟਾਈਪ ਦੀਆਂ ਸੀਰੀਜ਼ ਗਿਵਨ ਹੋਣ ਔਰ ਪਹਿਲਾ ਨੰਬਰ ਮੈਨੂੰ ਇਹ ਦਿਖੇ ਕਿ ਇਹ ਕਾਂਸਟੈਂਟ ਆ ਰਿਹਾ ਹੈ ਤਾਂ ਅਸੀਂ ਇਸ ਕਾਂਸਟੈਂਟ ਨੰਬਰ ਨੂੰ ਕੰਸੀਡਰ ਨਹੀਂ ਕਰਨਾ। ਸੋ ਇਸ ਟਰਮ ਨੂੰ ਅਸੀਂ ਓਮਿਟ ਕਰ ਦੇਣਾ ਹੈ। ਸਾਰੀਆਂ ਬਾਕੀ ਦੀਆਂ ਟਰਮ ਅਲਫਾ ਤੇ ਬੀਟਾ ਦੇ ਵਿੱਚ ਇੱਕ ਪੈਟਰਨ ਫੋਲੋ ਕਰ ਰਹੀਆਂ, ਸਿਰਫ ਇਹ ਪਹਿਲੀ ਟਰਮ ਹੈ ਜਿਹੜੀ ਇਸ ਪੈਟਰਨ ਨੂੰ ਫੋਲੋ ਨਹੀਂ ਕਰਦੀ। ਅਗਰ ਕੋਈ ਸੀਰੀ ਕਨਵਰਜੈਂਟ ਹੈ ਤਾਂ ਤੁਸੀਂ ਅਗਰ ਉਸ 'ਚ ਕੋਈ ਕਾਂਸਟੈਂਟ ਨੰਬਰ ਐਡ ਵੀ ਕਰ ਦਿਓਗੇ ਤਾਂ ਵੀ ਉਹ ਸੀਰੀ ਕਨਵਰਜੈਂਟ ਰਹੇਗੀ, ਔਰ ਅਗਰ ਕੋਈ ਸੀਰੀ ਡਾਇਵਰਜੈਂਟ ਹੈ ਤਾਂ ਤੁਸੀਂ ਉਸ 'ਚ ਅਗਰ ਕੋਈ ਕਾਂਸਟੈਂਟ ਐਡ ਕਰਦੇ ਹੋ ਤਾਂ ਉਹ ਸੀਰੀ ਡਾਇਵਰਜੈਂਟ ਰਹੇਗੀ। ਸੋ ਇਸ ਲਈ ਸਾਨੂੰ ਇਸ 1 ਨੂੰ ਓਮਿਟ ਕਰਨ ਨਾਲ ਕੋਈ ਫਰਕ ਨਹੀਂ ਪਏਗਾ। ਅਸੀਂ ਬਾਕੀ ਸਾਰੀ ਸੀਰੀ ਦਾ ਬਿਹੇਵੀਅਰ ਚੈੱਕ ਕਰਾਂਗੇ ਕਿ ਇਹ ਸੀਰੀ ਕਨਵਰਜੈਂਟ ਹੈ ਜਾਂ ਨਹੀਂ ਹੈ। So given series is summation an where an, ਹੁਣ देखिए an बनेगा कि ਇਹਦਾ ਮਤਲਬ ਜੋ ਵੀ ਇਹ ਮੇਰੀ ਟਰਮ ਹੈ ਜਦੋਂ n ਨੂੰ ਮੈਂ 1 ਪੁੱਟ ਕਰ ਰਹੀ ਹਾਂ ਜਾਂ ਮੈਂ ਕਹਾਂ this is a1। ਸੇਮ ਇਹ ਮੇਰੀ ਦੂਜੀ ਟਰਮ ਹੈ a2। ਇਟ ਮੀਨਸ ਇੱਥੇ ਮੈਂ n ਨੂੰ ਕੀ ਪੁੱਟ ਕਰੂੰਗੀ, 2 ਪੁੱਟ ਕਰੂੰਗੀ ਸੀਰੀਜ਼ 'ਚ ਤਾਂ ਮੇਰੇ ਕੋਲ a2 ਆ ਜਾਏਗਾ। ਸਿਮਿਲਰਲੀ ਸੀਰੀਜ਼ 'ਚ ਮੈਂ n ਨੂੰ 3 ਭਰੂੰਗੀ ਤਾਂ ਮੇਰੇ ਕੋਲ ਇਹ ਟਰਮ ਆਏਗੀ ਦਿਸ ਇਜ਼ a3। ਜਾਂ ਮੈਂ ਇੱਥੇ ਕੀ ਲਿਖਾਂ ਕਿ ਮੈਂ n ਨੂੰ ਕੀ ਪੁੱਟ ਕੀਤਾ ਹੈ, 3 ਪੁੱਟ ਕੀਤਾ ਹੈ। ਸੋ ਅਸੀਂ ਇਹ ਸਮਝ ਪਾ ਰਹੇ ਹਾਂ ਕਿ ਜਦੋਂ ਮੇਰੇ ਕੋਲ n 1 ਹੈ ਤਾਂ ਮੇਰੇ ਕੋਲ ਇੱਕ ਹੀ ਟਰਮ ਹੈ ਅਲਫਾ ਪਲੱਸ 1 ਵਾਲੀ। ਜਦੋਂ n ਨੂੰ ਮੈਂ 2 ਲਿਆ ਤਾਂ ਨਿਊਮੀਨੇਟਰ ਵੀ 2 ਟਰਮਾਂ ਦੀ ਪ੍ਰੋਡਕਟ ਹੈ, ਡਿਨੋਮੀਨੇਟਰ ਵੀ 2 ਟਰਮਾਂ ਦੀ ਪ੍ਰੋਡਕਟ ਹੈ। ਅਲਫਾ ਪਲੱਸ 1 2 ਅਲਫਾ ਪਲੱਸ 1, ਇਹ 1 1 ਤਾਂ ਦੋਨਾਂ 'ਚ ਚੱਲ ਰਿਹਾ ਹੈ। ਇੱਥੇ ਸੀ ਅਲਫਾ ਫਸਟ ਵਾਲੀ ਟਰਮ 'ਚ, ਨਾਲ ਇੱਕ ਹੋਰ ਟਰਮ ਕਿਹੜੀ ਆਈ 2 ਅਲਫਾ ਪਲੱਸ 1 ਵਾਲੀ। ਜਦ ਮੈਂ n ਨੂੰ 3 ਪੁੱਟ ਕੀਤਾ ਤਾਂ ਮੇਰੇ ਕੋਲ ਉੱਪਰ 3 ਟਰਮਾਂ ਦੀ ਪ੍ਰੋਡਕਟ ਹੈ, ਜਿਹਦੇ 'ਚੋਂ ਅਲਫਾ ਪਲੱਸ 1 ਵਾਲੀ ਟਰਮ ਹੈ, ਫਿਰ 2 ਅਲਫਾ ਪਲੱਸ 1, ਫਿਰ 3 ਅਲਫਾ ਪਲੱਸ 1। ਇਹਦਾ ਮਤਲਬ ਜੇ ਮੈਂ ਚੌਥੀ ਟਰਮ ਲਿਖਣੀ ਹੋਵੇ n = 4 ਵਾਲੀ ਤਾਂ ਮੈਨੂੰ ਕਲੀਅਰ ਹੈ ਕਿ ਉੱਪਰ 4 ਟਰਮਾਂ ਦੀ ਪ੍ਰੋਡਕਟ ਆਉਣੀ ਸ਼ੁਰੂ ਹੋ ਜਾਏਗੀ, ਜਿਸ ਲਾਸਟ ਟਰਮ ਕੀ ਬਣੇਗੀ 4 ਅਲਫਾ ਪਲੱਸ 1 ਵਾਲੀ। ਡਿਨੋਮੀਨੇਟਰ ਵੀ ਸੇਮ 4 ਬੀਟਾ ਪਲੱਸ 1 ਤੱਕ ਚਲਾ ਜਾਏਗਾ। ਇਹਦਾ ਮਤਲਬ ਅਗਰ ਮੈਂ an ਲਿਖਣਾ ਹੈ ਤਾਂ ਇਹ ਕਲੀਅਰ ਹੈ ਕਿ ਜਦੋਂ n = 1 ਕੀਤਾ ਤਾਂ ਸਿੰਗਲ ਟਰਮ ਸੀ ਉੱਪਰ, ਡਿਨੋਮੀਨੇਟਰ ਵੀ ਰਾਦਰ n = 2 ਵਾਸਤੇ ਨਿਊਮੀਨੇਟਰ 'ਚ ਵੀ 2 ਟਰਮਾਂ ਦੀ ਪ੍ਰੋਡਕਟ ਸੀ, ਡਿਨੋਮੀਨੇਟਰ ਵੀ 2 ਟਰਮਾਂ ਦੀ ਪ੍ਰੋਡਕਟ ਸੀ। n = 3 ਲਈ 3 ਟਰਮਾਂ ਦੀ ਪ੍ਰੋਡਕਟ ਆਉਣੀ ਸ਼ੁਰੂ ਹੋ ਗਈ। ਔਰ ਅਗਰ ਮੈਂ an ਲਿਖੂੰਗੀ ਇਹਦੀ nth ਟਰਮ ਤਾਂ ਮੇਰੇ ਕੋਲ ਇਹ ਪ੍ਰੋਡਕਟ ਜਾਏਗੀ ਕਿੱਥੋਂ ਤੱਕ, ਅਲਫਾ ਪਲੱਸ 1 2 ਅਲਫਾ ਪਲੱਸ 1 3 ਅਲਫਾ ਪਲੱਸ 1, सब टर्मां मल्टीप्लाई हो रही हैं n अल्फा प्लस 1 डिवाइडेड बाय दिस इज बीटा प्लस 1 2 बीटा प्लस 1 देन 3 बीटा प्लस 1, दिस इज n बीटा प्लस 1। सो ये मेरा पहला स्टैप है जो बहुत इंपॉर्टेंट स्टैप है। अगर थोड़ी an गलत होगी तो थोड़े सारा क्वेश्चन गलत हो जाएगा। सो an जनरेट करने टाइम बहुत ध्यान देने की लोड़ है कि असी an किस पैटर्न के अकॉर्डिंग तो किमें लिखना है। सो मेरा अगला स्टैप है an तो an प्लस 1 जनरेट करना। an है तो n टर्मां की प्रोडक्ट है, an प्लस 1 एक टर्म अगे होर आ जाएगी। इस प्रोडक्ट एक टर्म होर लिखांगे n की जगह तो n प्लस 1, डबल ब्रैकेट लगा लो, स्क्वायर ब्रैकेट अल्फा प्लस 1 डिवाइडेड बाय बीटा प्लस 1 2 बीटा प्लस 1 3 बीटा प्लस 1, दिस इज n बीटा प्लस 1 n प्लस 1 बीटा प्लस 1। ए n है तो n तक दी टर्मां की प्रोडक्ट आ रही सी न्यूमीनेटर डिनोमीनेटर 'ਚ। an प्लस 1 लिख रहे हैं तो न्यूमीनेटर 'ਚ भी n प्लस 1 टर्मां की प्रोडक्ट है, डिनोमीनेटर 'ਚ भी n प्लस 1 टर्मां की प्रोडक्ट है।
सो मेरा रेशो टेस्ट ये कहता है कि सानू दो टर्म्स की रेशो रिक्वायर्ड है। सो an + 1 ओवर an, अगर असी ये वाली टर्म कैलकुलेट करिए, देखिए ਅਸੀਂ देख पा रहे हैं कि an + 1 ਦੀਆਂ ਪਹਿਲੀਆਂ n ਟਰਮਸ ਉਹੀ ਹੈ जो an ਵਾਲੀਆਂ ਸੀ। पूरे का पूरा हिस्सा दिख रहा है, ये सारे का सारा हिस्सा सेम है। इट मीनस जब असी दो टर्मां की डिवीजन देंगे पूरा हिस्सा कटेगा, सिर्फ तो सिर्फ ये लास्ट वाली टर्म है जो an + 1 को एक्सट्रा आ रही सी, सिर्फ ये बचेगी मेरे पास। सो आई कैन राइट इट एज an + 1 ओवर an, दिस इज n + 1 अल्फा + 1 डिवाइडेड बाय n + 1 बीटा + 1। सो लिमिट लईए, इत्थों n कॉमन लीए पहला, लिमिट n अप्रोच टू इनफिनिटी चाहिए। सो साडी कोशिश ये रहेगी कि n नूं असी डिनोमीनेटर च लैके आईए, इस पूरे चो n कॉमन ले रहे हैं। इत्थों भी सेम पूरी टर्म चो n कॉमन लो, 1 + 1/n बीटा + 1/n। सो an कैंसिल आउट हो जाएगा। टेक लिमिट ऑन बोथ साइड्स, लिमिट n approach to infinity an + 1 over an, this is limit n approach to infinity 1 + 1/n into alpha plus 1/n divided by 1 + 1/n beta plus 1/n। so n approach to infinity लवांगे अगर असी लिमिट, तो ये टर्म 0, ये वाली टर्म 0, सेम हेयर ये दोनों टर्म 0। सो दिस विल बी 1 + 0 अल्फा + 0 डिवाइडेड बाय 1 + 0 बीटा + 0 एंड दिस इक्वल टू योर अल्फा ओवर बीटा। सो बाय यूजिंग रेशो टेस्ट, by ratio test, series converges for summation an is convergent for this limit less than 1। अगर ये लिमिट 1 तो लैस हो जाती है, सीरी कन्वर्ज करेगी। ये लिमिट 1 तो वड्डी हो जाती है, सीरी डाइवर्ज करेगी। इक्वल टू 1 हो जाती है, केस फेल्स। सो दिस मीन्स सीरी कन्वर्जेस फॉर अल्फा लेस दैन बीटा। Summation an is divergent for greater than 1, this means for alpha greater than beta। बट अगर अल्फा ते बीटा बराबर हो गए तो जो ये लिमिट आई है मेरी ये 1 हो जाएगी और रेशो टेस्ट मैनू कोई भी सैटिस्फैक्टरी आंसर नहीं देगा। इट मीन्स फॉर अल्फा इक्वल टू बीटा केस फेल्स। सो जो असी अल्फा इक्वल टू बीटा वाला केस डिस्कस करना है तो सानू फिर वापसी स्टेटमेंट को ही जाना पड़ेगा। सो फॉर अल्फा इक्वल्स टू बीटा an देखिए, देखो मेरी an है की सी अल्फा + 1 इंटू 2 अल्फा + 1 इंटू 3 अल्फा + 1। सो असी इस an अल्फा ते बीटा दोनों की वैल्यू बराबर, दोनों बराबर पुट करना है। सो अगर मैं इत्थे बीटा की जगह ते अल्फा सबस्टिट्यूट करा तो न्यूमीनेटर वाली टर्म्स ते डिनोमीनेटर वाली टर्म्स दोनों बिल्कुल सेम हो जाएगियाँ। सो पूरी टर्म कट्टी जाएगी। सो an की वैल्यू बचेगी कितनी मेरे पास, इट विल बी 1। सो फॉर अल्फा इक्वल्स टू बीटा an, दिस इज अल्फा + 1, 2 अल्फा + 1, 3 अल्फा + 1, दिस इज n अल्फा + 1 डिवाइडेड बाय अल्फा + 1, 2 अल्फा + 1, 3 अल्फा + 1, दिस इज n अल्फा + 1। ये सारी टर्म्स बिल्कुल सेम है, कटिया जाएगा पूरा फैक्टर ये, दिस इक्वल्स टू 1। इट मीनस अल्फा इक्वल टू 1 वास्ते an कितना आ रहा है, 1 के बराबर। और अगर मैं यदि लिमिट कंसिडर करा, दिस इक्वल टू 1 विच इज़ नॉट इक्वल्स टू 0, इट मीनस गिवन सीरी विल नॉट कन्वर्ज। तुहानूं याद होवे असी क्लास च एक छोटा जिहा रिजल्ट डिस्कस किया सी,
कि अगर कोई सीरी कन्वर्जेंट है, अगर कोई सीरी कन्वर्जेंट है तो ਉਹਦੀ लिमिट हमेशा की रहेगी, जीरो रहेगी। और अगर किसी सीरी की लिमिट जीरो नहीं आ रही तो डेफिनेटली वो सीरी कन्वर्ज नहीं करेगी। इट मीन्स सीरी डज नॉट कन्वर्ज फॉर अल्फा इक्वल्स टू बीटा। सो हेंस given series converges for alpha less than beta and diverges for alpha greater than equals to beta। ऐसे ही प्रूव करना सी। आई होप ये क्वेश्चन समझ आया होएगा। थैंक यू सो मच।